ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਮੋਰਤਾ ਸਿੰਘ ਸ਼ਾਹ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਬਲਜਿੰਦਰ ਸਿੰਘ, ਵਰਦੀਪ ਕੌਰ, ਸਤਿੰਦਰ ਕੌਰ, ਪਰਸ਼ੋਤਮ ਸਿੰਘ ਪੰਨੂ, ਸੁਖਜਿੰਦਰ ਕੌਰ, ਬਲਵਿੰਦਰ ਸਿੰਘ ਸੰਧੂ, ਹਰਦੇਵ ਸਿੰਘ ਬੋਪਾਰਾਏ, ਰਣਜੀਤ ਸਿੰਘ, ਹਰਪਾਲ ਸਿੰਘ, ਨਿਰਮਲਜੀਤ ਸਿੰਘ, ਜਸਵਿੰਦਰ ਕੌਰ, ਦਲਜੀਤ ਸਿੰਘ ਸ਼ਾਹ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਬੋਪਾਰਾਏ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਅੰਤੇ ਸਤਿਗੁਰ
पतल तेरे आदीवा ਸਰਦਾਰ ਮੂਰਤਾ ਸਿੰਘ ਸ਼ਾਹ ਹੁਣਾਂ ਦਾ ਜਨਮ 84 ਵਰੇ ਪਹਿਲਾਂ ਪਿੰਡ ਬੋਪਾਰਾਏ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ ਅਤੇ ਮਿਹਨਤੀ ਇਨਸਾਨ ਸਨ। ਆਪ ਜੀ ਦਾ ਵਿਆਹ ਸਰਦਾਰਨੀ ਪ੍ਰਕਾਸ਼ ਕੌਰ ਹੁਣਾਂ ਨਾਲ ਹੋਇਆ। ਆਪ ਜੀ ਦੇ ਘਰ ਇੱਕ ਬੇਟੇ ਬਲਜਿੰਦਰ ਸਿੰਘ ਅਤੇ ਦੋ ਬੇਟੀਆਂ ਸਤਿੰਦਰ ਕੌਰ ਅਤੇ ਸੁਖਜਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਚੰਗੀ ਸਿੱਖਿਆ ਦਿੱਤੀ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਾ ਚੁੱਕ ਰਹੇ ਹਨ। परमेश्वर की नेत अनुसार
अजामल पापी जग जाने निमक माहे निस्तारा। परमेश्वर के प्यारे साधु जन, ये बड़ा वड्डा विद्वान राज दरबार में प्यो दादे तो कथा करता, माड़ी संगत करके ये उस पदवी तो पासे चले गया, जंगल में रहिंदा है, पशु पंछी जीव जंतु मार के गुजारा करता है। 6 पुत्र ये पैदा होए बेसवा दे। परमेश्वर की कृपा अनुसार साधु जान ये वाड़े चले जाते ने, रात कट्टी है, सवेरे जान लगे हाँ ते कहन लगे अजामल नूं, ऐ अजामल तेरी किन्नी संतान है, किन्ने पुत्र? कहन लगा जी 6। कहन लगे एक पुत्र तेरे होर पैदा होना है, पर ओदा नाम नारायण रखना है। ठीक है जी, इसे तरह ही होया, पुत्र पैदा हो, ਉਹਦਾ ਨਾਮ ਨਾਰਾਇਣ ਰੱਖਿਆ। ਤੇ ਜਦੋਂ ਜਮਦੂਤ ਅੰਤ ਵੇਲੇ ਲੈਣ ਆਏ ਤੇ ਜਦੋਂ ਉਹਨੇ ਜਮਾ ਤੋਂ ਡਰਦਿਆਂ ਸ਼ਹਿ ਹੋਏ ਨੇ, ਡਰੇ ਹੋਏ ਨੇ, ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਕਰ ਨਾਰਾਇਣ ਬੋਲਾ ਰਹੇ, ਆਵਾਜ਼ ਮਾਰੀ ਨਾਰਾਇਣ, ਬਸ ਇੰਨੇ ਵਿੱਚ ਹੀ ਪਰਮੇਸ਼ਰ ਨੇ ਆਪਣੇ ਨਾਮ ਦੀ ਲਾਜ ਰੱਖੀ। सुनत नाम गोबिंद का छोड़ गए जमदूत, उसे वेले जमदूत छड़ गए। बेबाणा बैठाल के देवगण ओनू सचखंड में लैके चले गए। सुनत नाम गोबिंद का, परमेश्वर का नाम सुनन नाल बस संतां ने रेख विच देख मार दी ते क्या नारायण रखना है नाम। बस जमा तो डरते हुए ने आवाज़ मारी, बस अपने नाम की लाज रखते हुए परमेश्वर ने उसे वेले जमदूत जड़े सन छड़ गए ते देवगण आ गए। अजामल पापी जग जाने निमक माए निस्तारा, पल विच निस्तार कर। सुनत नाम गोबिंद का, सुनत नाम गोबिंद का, छोड़ गए जमदूत, छोड़ गए जमदूत। सुनत नाम गोबिंद का, सुनत नाम गोबिंद का। आए रक्षा करन तिस, आए रक्षा करन तिस, सुरगन साध प्रभूत, सुरगन साध प्रभूत। सुनत नाम गोबिंद का, सुनत नाम गोबिंद का, छोड़ गए जमदूत, छोड़ गए जमदूत। सुनत नाम गोबिंद का। आए रक्षा कर्म क्षेत्र सुरगन साधपुर होत, रखिया करना आगे कोई पूर्वला कर्म चंगा जागया ते साधु जन आ गए रेख विच रेख मार। परमेश्वर के नाम की महिमा धन गुरु गोबिंद सिंह जी दरसा रहे। उधर काशी के पंडित ये कहते सन कि ਜਿਹੜਾ ਮਗਹਰ ਦੀ ਧਰਤੀ ਵਿੱਚ, ਹੜੰਬੇ ਦੀ ਧਰਤੀ ਵਿੱਚ ਮਰਦਾ ਹੈ, ਉਹ ਗਧੇ ਦੀ ਜੂਨ ਪੈਂਦਾ ਹੈ। ਤੇ ਪਰਮੇਸ਼ਰ ਦੇ ਪਿਆਰੇ ਬੜੇ ਬੇਪਰਵਾਹ ਹੁੰਦੇ ਆ। ਕਬੀਰ ਜੀ ਦਾ ਅੰਤ ਸਮਾਂ ਆਇਆ, ਉਹਨਾਂ ਨੇ ਆਪਣਾ ਅੰਤ ਸਮਾਂ ਹੀ ਉਹ ਹੜੰਬੇ ਦੀ ਧਰਤੀ ਵਿੱਚ ਲਿਆਂਦਾ। ਤੇ ਜਦ ਚੱਲੇ ਸੱਚਖੰਡ ਨੂੰ ਤਾਂ ਦੇਵਗਣ ਲੈ ਕੇ ਜਾ ਰਹੇ ਆ। ਕਹਿਣ ਲੱਗੇ ਐ ਦੇਵਗਣੋ ਇੱਧਰ ਨੂੰ ਜਾਣਾ ਹੈ। ਕਿੱਧਰ ਜੀ? ਜਿੱਧਰ ਧਰਮਰਾਜ ਬੈਠਾ ਹੈ। ਪੰਡਤ ਤਾਂ ਕਹਿੰਦੇ ਸਨ ਜਿਹੜਾ ਇੱਥੇ ਮਰਦਾ ਹੈ ਉਹ ਗਧੇ ਦੀ ਜੂਨ ਪੈਂਦਾ ਹੈ, ਪਰ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਹੈ। ਮੈਨੂੰ ਉਹਦੇ ਕੋਲ ਲੈ ਚੱਲੋ। ਲੈ ਗਏ ਧਰਮਰਾਜ ਕੋਲ ਜਾ ਕੇ ਸਤਿ ਸ੍ਰੀ ਅਕਾਲ ਜੀ ਆਦੇਸ਼ ਕੀਤਾ। ਕਹਿਣ ਲੱਗੇ ਐ ਧਰਮਰਾਜ ਮੈਂ ਇਸ ਤੋਂ ਅੱਗੇ ਨਹੀਂ ਜਾਣਾ। ਜਿੱਥੇ ਹੜੰਬੇ ਦੀ ਧਰਤੀ ਦੇ ਮਾਰੇ ਲੋਕ ਇੱਥੇ ਤੇਰੇ ਦਫ਼ਤਰ ਵਿੱਚ ਹਨ ਜਾਂ ਤੇਰੇ ਇਸ ਕੈਦ ਵਿੱਚ ਹਨ, ਮੈਨੂੰ ਵੀ ਇਹਨਾਂ ਨਾਲ ਬੰਦ ਕਰ ਦੇ, ਨਹੀਂ ਤਾਂ ਮੈਨੂੰ ਵੀ ਇਹਨਾਂ ਨੂੰ ਵੀ ਮੇਰੇ ਨਾਲ ਤੋਰੋ।
ਉਹ ਕਹਿਣ ਲੱਗਾ ਮੇਰੇ ਵਿੱਚ ਤਾਂ ਇਹ ਸਮਰੱਥਾ ਨਹੀਂ। ਪਰਮੇਸ਼ਰ ਨੂੰ ਬੇਨਤੀ ਕੀਤੀ, ਮਹਾਰਾਜ ਤੇਰੇ ਭਗਤ ਤਾਂ ਹੋਰ ਹੀ ਅੜਾਉਣੀ ਪਾ ਬੈਠੇ ਨੇ। ਕੀ ਕਹਿ ਰਹੇ ਨੇ ਕਿ ਜਿਹੜੇ ਵੀ ਹੜੰਬੇ ਦੀ ਧਰਤੀ ਮਗਹਰ ਦੀ ਧਰਤੀ ਵਿੱਚ ਮਰੇ ਨੇ, ਮੈਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ। ਪਰਮੇਸ਼ਰ ਕਹਿਣ ਲੱਗੇ ਜੋ ਕਹਿੰਦੇ ਨੇ ਭਾਈ ਉਹ ਕਰਨਾ ਪੈਣਾ। ਬਸ ਉਹਨਾਂ ਨੂੰ ਵੀ ਨਾਲ ਲੈ ਕੇ ਸੱਚਖੰਡ ਚਲੇ ਗਏ। ਹਰ ਕਾ ਸੰਤ ਮਰੈ ਹੜੰਬ ਤੇ ਸਗਲੀ ਸੈਨ ਤਰਾਏ। ਐਸਾ ਪਰਮੇਸ਼ਰ ਦੇ ਨਾਮ ਵਿੱਚ ਬਾਲ ਕੋਟ ਉਧਾਰ ਦਾ ਜੇ ਨਾਮ ਹੈ ਇੱਕ ਕਣੀ। ਇਸ ਨਾਮ ਨੂੰ ਇੱਕ ਘੜੀ ਦੇ ਸਿਮਰਨ ਨੂੰ 18 ਨਰਕਾਂ ਦਾ ਭਾਰ ਉੱਚਾ ਨਹੀਂ ਚੁੱਕ ਸਕਿਆ। ਇੱਕ ਕਣੀ ਇੱਕ ਘੜੀ ਦਾ ਸਿਮਰਨ ਜਨਕ ਰਾਜੇ ਨੇ ਸਾਬੇ ਵਿੱਚ ਪਵਾ ਕੇ ਧਰਮਰਾਜ ਨੂੰ ਇਹ ਸਾਬਤ ਕਰ ਦਿੱਤਾ ਕਿ ਪਰਮੇਸ਼ਰ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ। सुनत नाम गोविंद का, सुनत नाम गोविंद का, छोड़ गए जमदूत, छोड़ गए जमदूत, सुनत नाम गोविंद का, सुनत नाम गोविंद का। पुत्र कहे तो कहो नारायण, पुत्र कहे तो कहो नारायण। ਪੁੱਤਰ ਦੇ ਪਿਆਰ ਵਿੱਚ ਨਾਰਾਇਣ ਕਰਕੇ ਬੋਲਿਆ। ਬਸ ਇਸੇ ਵਿੱਚ ਹੀ ਪਰਮੇਸ਼ਰ ਨੇ ਆਪਣੇ ਨਾਮ ਦੀ ਲਾਜ। ਪੁੱਤਰ ਦੇ ਹੇਠ ਕਹਿਓ ਨਾਰਾਇਣ, ਹਰ ਮਾਨ ਗਏ ਨਿਜ ਪਦ, ਹਰ ਮਾਨ ਗਏ ਨਿਜ ਪਦ ਵਿੱਚ। ਪਰਮੇਸ਼ਰ ਮੰਨ ਕੇ ਆਪਣੇ ਨਾਮ ਦੀ ਲਾਜ ਰੱਖਦਾ। पुत्र कहे तो कहो नारायण, पुत्र कहे तो कहो नारायण। हर मान गए निज पद बिख, हर मान गए निज पद बिख। सुनत नाम गोविंद का, सुनत नाम गोविंद का, छोड़ गए जमदूत, छोड़ गए जमदूत, सुनत नाम गोविंद का, सुनत नाम गोविंद का। दरस दीना पवित्र कीना, दरस दीना पवित्र कीना। ਪਵਿੱਤਰ ਨੂੰ ਪਵਿੱਤਰ ਕਰ ਦਿੱਤਾ। ਸਾਧੂ ਜਨਾਂ ਨੇ ਜਾ ਕੇ ਦਰਸ਼ਨ ਦੇ ਦਿੱਤਾ। ਬਸ ਬਦਲ ਦਿੱਤਾ ਉਹਦਾ ਕਰਮ ਕਾਂਡ। ਸ਼ੁਭ ਕਰਮ ਲੈ ਆਉਂਦਾ ਸੰਗ। ते दरस दीना पवित्र कीना, गोविंद की गत को लखे, गोविंद की गत को लखे। सुनत नाम गोविंद का, सुनत नाम गोविंद का, छोड़ गए जमदूत, छोड़ गए जमदूत, सुनत नाम गोविंद का, सुनत नाम गोविंद का। मुन बिदत पाकत साध ते, मुन बिदत पाकत साध ते, सुनत नाम गोविंद का, सुनत नाम गोविंद का, छोड़ गए जमदूत,
नाम गोविंद का, सुनत नाम गोविंद का। ये भजत मन चित लाए श्रीपद, ये ਸਾਰਿਆਂ ਨੂੰ ਉਪਦੇਸ਼ ਦੇ ਰਹੇ। ਭਾਈ ਕੋਈ ਵੀ ਮਨ ਚਿਤ ਲਾ ਕੇ ਸ਼੍ਰੀਪਦ ਤੋਂ ਮਾਇਆ ਦੇ ਪਤੀ ਪਰਮੇਸ਼ਰ ਦਾ ਸਿਮਰਨ ਕਰੇ, ਸਾਰਿਆਂ ਨੂੰ ਇਹ ਦਾਤਾ ਪ੍ਰਾਪਤ ਹੋ ਸਕਦਾ। ये भजत मन चित लाए श्रीपद, होतहार पद परापते, होतहार पद परापते। सुनत नाम गोविंद का, सुनत नाम गोविंद का। छोड़ गए जमदूत, छोड़ गए जमदूत, सुनत नाम गोविंद का, सुनत। ਸਰਦਾਰ ਮੂਰਤਾ ਸਿੰਘ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ। ਆਪ ਜੀ ਹਮੇਸ਼ਾ ਹੀ ਹਰ ਇੱਕ ਕਿਸੇ ਦੀ ਦਿਲ ਖੋਲ ਕੇ ਮਦਦ ਕਰਿਆ ਕਰਦੇ ਸਨ। ਆਪ ਜੀ ਦੇ ਦੋ ਭਰਾ ਸਰਦਾਰ ਗੁਰਦਾਸ ਸਿੰਘ ਸ਼ਾਹ ਅਤੇ ਸਰਦਾਰ ਲਖਵੀਰ ਸਿੰਘ ਜੀ ਵੀ ਆਪ ਜੀ ਦੇ ਹੀ ਵਰਗੇ ਸੁਭਾਅ ਦੇ ਮਾਲਕ ਸਨ। ਆਪ ਜੀ ਦੇ ਵੱਡੇ ਭਰਾ ਸਰਦਾਰ ਗੁਰਦਾਸ ਸਿੰਘ ਹੁਣਾਂ ਨੇ 45 ਸਾਲ ਪਿੰਡ ਬੋਪਾਰਾਈ ਦੀ ਸਰਪੰਚੀ ਕੀਤੀ ਅਤੇ ਹਮੇਸ਼ਾ ਹੀ ਪਿੰਡ ਦੇ ਵਿਕਾਸ ਲਈ ਕੰਮ ਕਰਦੇ ਰਹੇ। ਸਰਦਾਰ ਮੂਰਤਾ ਸਿੰਘ ਹੁਣਾਂ ਦੀ ਫੁਲਵਾੜੀ ਇਸ ਸਮੇਂ ਉਹਨਾਂ ਦੇ ਪੋਤਰੇ ਪਰਮਪ੍ਰੀਤ ਸਿੰਘ ਅਤੇ ਪੋਤਰੀ ਦੀਪਿੰਦਰ ਕੌਰ ਨਾਲ ਮਹਿਕ ਰਹੀ ਹੈ। छोड़ गए जमदूत, सुनत नाम गोविंद का, सुनत नाम गोविंद का। पवने में पवन समाया, ज्योति में जोत रल जाया। माटी माटी होई एक, रोवन हार की कवन टेक। चवर शतर दे मालक, कुल ब्रह्मांड दे मालक, कुल कायनात दे मालक, धन धन साहिब श्री गुरु गोबिंद सिंह, धन धन साहिब श्री गुरु ग्रंथ साहब जी। आओ सारी संगत मां गुजरी दे लाल दा नारा बुलंद करिए। वाहिगुरू जी का खालसा, वाहिगुरू जी की फतेह। बहुत ही सत्कारयोग संत बाबा मान सिंह जी, ईमानदार नेता सरदार सुच्चा सिंह जी छोटपुर साहब, चेयरमैन सरदार गरमीत सिंह जी लेबर फैक्ट पाड़ा साहब, मेरे वड्डे वीर एसटीओ सरदार निर्मल सिंह जी, भाजी हरदेव जी, सारे सज्जन मित्र रिश्तेदार। अज असी पिंड बोपारा विच बाबा जी सरदार मूरता सिंह हुणां दी अंतिम अरदास शामिल होए हैं। महापुरखा ने कीर्तन किया, बाबे नानक ने जिहड़ा राह दस्सिया, बाबे नानक ने कोई बहुता जप तप नहीं किया, कीर्तन गाया। और सारी बाणी जिहड़ी आ गुरु ग्रंथ साहिब विच रागां दे विच आ। और सिख नूं हिदायत की गई कि बाणी पढ़नी सुननी ते गाउणी। बड़े चंगे भाग ने इस इलाके दे कि महापुरखों के दर्शन हुंदे ने। इस इलाके नूं चंगियां लीहां चंगी सेहत दिंदे ने। मेरे छोटे वीर सरदार अमनवीर सिंह राया पहुंचे ने। साडी रिश्तेदारी इस पिंड विच शायद मेरे जन्म तो भी पहलां दी है। साडे फादर साहब दे वड्डे भूआ जी सरदार सूरता सिंह फुੱਫੜ जी साडे, उन्हां दे नाल रिश्तेदारी जिहड़ी आ साडी इस पिंड विच शुरू होई। और इन्ना निग मिलिया इस रिश्तेदारी दे विच, ये सारा पिंड ही सानू रिश्तेदार लगदा, सारे ही भैन भरा। और मैं ये गल समझदा कि जदों ਉਹ गेट लंघ जाइदा ना तो असीं ये सोचते हैं कि ये सारे ही साडे फुੱਫੜ ने, सारे ही साडे भाईए ने। और इन्ना प्रेम करते हैं सानू सारे जी।
ਕਿ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਰਿਸ਼ਤੇਦਾਰ ਉਸ ਗੇਟ ਦਾ ਵਾ ਜਾਂ ਉਸ ਘਰ ਵਾਲਿਆਂ ਦਾ ਵਾ ਜਾਂ ਪਰਲੇ ਘਰ ਵਾਲਿਆਂ ਦਾ ਵਾ। ਇੱਦਾਂ ਸਾਡੀਆਂ ਬੀਬੀਆਂ ਭੈਣਾਂ, ਮੈਂ ਭੈਣ ਜੀ ਜਗਦੀਸ਼ ਹੋਣਾ ਦਾ ਨਾਮ ਲੈਣੋਂ ਨਹੀਂ ਰਹਿ ਸਕਦਾ, ਸਾਡੇ ਮਾਵਾਂ ਬਰਾਬਰ ਨੇ, ਬਹੁਤ ਸਿਆਣੇ ਨੇ। ਔਰ ਮੈਂ ਇਹ ਗੱਲ ਸਮਝਦਾ ਕਿ ਜੇ ਕਿਸੇ ਨੇ ਗੁੜਤੀ ਦੇਣੀ ਹੈ ਆਪਣੇ ਬੱਚੇ ਨੂੰ ਤੇ ਸਾਡੀ ਭੈਣ ਦੀ ਦਿੱਤੀ ਜਾਵੇ, ਚੰਗੀ ਆ। ਸਿਆਣੇ ਨੇ, ਬਹੁਤ ਜ਼ਿਆਦਾ ਸਿਆਣੇ ਆ। ਚਾਚੇ ਭਾਗ ਸਿੰਘ ਹੋਣੀ ਸਾਡੀ ਰਿਸ਼ਤੇਦਾਰੀ ਹੈ ਇੱਥੇ, ਤੇ ਸਾਨੂੰ ਇੰਨਾ ਨਿੱਘ ਮਿਲਦਾ ਇੱਥੇ ਕਿ ਇਹਨਾਂ ਨੇ ਇੱਕ ਇਹ ਵੀ ਗੱਲ ਮੈਂ ਸਮਝਦਾ ਕੀਤੀ ਆ ਕਿ ਭਰਾ ਇਕੱਠੇ ਕਿੱਦਾਂ ਰਹਿ ਸਕਦੇ ਆ। ਮੈਂ ਤੇ ਗੱਲਾਂ ਸੁਣੀਆਂ ਸੁਣਾਈਆਂ ਕਰਦਾ ਆਪਣੇ ਜਨਮ ਤੋਂ ਪਹਿਲਾਂ ਦੀਆਂ ਕਿ ਇਹ ਭਾਪੇ ਮੂਰਤਾ ਸੁਣੀ, ਭਾਜੀ ਹਰਦੇਵ ਜੀ ਉਹਨਾਂ ਦੇ ਪਿਤਾ ਜੀ, ਵੱਡੇ ਪਾਪਾ ਜੀ ਹੋਣੀ ਇਕੱਠੇ ਕਹਿੰਦੇ ਇੱਕੋ ਘੋੜੀ ਤੇ DAV ਸਕੂਲੇ ਇੱਕੋ ਘੋੜੀ ਤੇ ਪੜ੍ਹਨ ਜਾਂਦੇ ਰਹੇ ਆ। ਤੇ ਮੇਰੀ ਹੋਸ਼ ਵਿੱਚ ਵੀ ਤਿੰਨੇ ਜਾਣੇ ਤਿੰਨਾਂ ਸਾਈਕਲਾਂ ਤੇ ਅਗੜ ਪਿਛੜ ਸਾਈਕਲ ਜਾਣੇ ਤੇ ਦੂਲਾ ਨੰਗਲ ਨੂੰ ਜਾਣਾ। ਇੰਨਾ ਪਿਆਰ ਅਸੀਂ ਕਹਿ ਦਿੰਦੇ ਆ ਨਾ ਇਹ ਸ਼ਰੀਕ ਆ, ਤੇ ਇਹ ਸ਼ਰੀਕਾਂ ਵਾਲੀ ਗੱਲ ਆ। ਨਹੀਂ, ਜਿਹੜਾ ਭਰਾ ਹੁੰਦਾ, ਭਰਾ ਦੀ ਬਾਂਹ ਹੁੰਦਾ ਵਾ। ਭਰਾ ਸ਼ਰੀਕ ਤੇ ਠੀਕ ਆ ਵੀ ਆਪਣੇ ਬਾਪ ਦੀ ਪੈਲੀ ਵੰਡਣੀ ਹੈ, ਜੱਗ ਹੁੰਦਾ ਆ, ਪਰ ਭਰਾ ਜਿਹੜਾ ਵਾ ਭਰਾ ਦੀ ਬਾਂਹ ਹੁੰਦਾ ਵਾ। ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਵਾ। ਅਸਲ 'ਚ ਸ਼ਰੀਕ ਦਾ ਮਤਲਬ ਇਹ ਹੁੰਦਾ ਬਹੁਤ ਹੀ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਇਹਨਾਂ ਨੇ ਜੀਵਨ ਜੀਵਿਆ। ਮੇਰੇ ਪਿਤਾ ਜੀ ਨੇ ਲਗਭਗ 90 ਸਾਲ ਉਮਰ ਜੀਵੀ ਆ, ਔਰ ਸਰੀਰ ਵੀ ਅਰੋਗ ਰੱਖਿਆ। ਸਰੀਰ ਨੂੰ ਕੋਈ ਰੋਗ ਨਹੀਂ ਲੱਗਾ, ਕੋਈ ਫੋੜਾ ਫਿੰਸੀ ਨਹੀਂ ਸਰੀਰ ਤੇ ਹੋਇਆ, ਔਰ ਮਨ ਇੰਨਾ ਸ਼ਾਂਤ ਰੱਖਿਆ, ਹਮੇਸ਼ਾ ਹੱਸਦੇ ਰਹੇ ਨੇ। ਇਸ ਗੱਲ ਦੀ ਤੁਸੀਂ ਗਵਾਹੀ ਦਿੰਦੇ ਹੋ, ਤੁਸੀਂ ਇਸ ਇਲਾਕੇ ਦੇ ਹੋ, ਮੇਰੀ ਰਿਸ਼ਤੇਦਾਰੀ ਆ, ਮੈਂ ਵੀ ਵਿਚਰਿਆ। ਪਰ ਇਹ ਗੱਲ 100% ਸਹੀ ਆ ਕਿ ਇਹਨਾਂ ਨੇ ਹਰ ਇਨਸਾਨ ਨਾਲ ਪ੍ਰੇਮ ਕੀਤਾ। ਤੇ ਜੇ ਕਦੀ ਕੋਈ ਗੱਲ ਹੋ ਜਾਣੀ ਤੇ ਕਹਿਣਾ ਚੱਲ ਉਹ ਜਾਣਾ, ਖਊ ਪਰੇ ਕਰਨੀ। ਕਦੀ ਬਹੁਤੀ ਦਿਲ ਵਿੱਚ ਇਹਨਾਂ ਨੇ ਘਿਰਨਾ ਨਹੀਂ ਰੱਖੀ। ਔਰ ਇਹ ਗੱਲਾਂ ਸਾਨੂੰ ਸਮਾਜ ਵਿੱਚ ਸਿੱਖਣੀਆਂ ਚਾਹੀਦੀਆਂ ਨੇ। ਸਾਡੇ ਮੈਂ ਬੇਨਤੀ ਕਰਾਂਗਾ, ਬਹੁਤ ਹੀ ਸਤਿਕਾਰਯੋਗ ਸਾਡੀ ਬਹੁਤ ਨੇੜੇ ਦੀ ਰਿਸ਼ਤੇਦਾਰੀ ਆ, ਸਾਡਾ ਨਿੱਘ ਆ। ਇੱਥੇ ਘੜੀ ਮੁੜੀ ਫੇਰਾ ਨਹੀਂ ਕਿਸੇ ਦਾ ਵੀ ਵੱਜਣਾ। ਸਾਨੂੰ ਸਾਰਿਆਂ ਨਾਲ ਪ੍ਰੇਮ ਕਰਨਾ ਚਾਹੀਦਾ। ਸਾਡੇ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਮੀਤ ਸਿੰਘ ਜੀ, ਲਿਵਰ ਫੈਟ ਚੇਅਰਮੈਨ ਗੁਰਦਾਸਪੁਰ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਮੂਰਤਾ ਸਿੰਘ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਗੁਰਮੀਤ ਸਿੰਘ ਜੀ ਪੜਾ। ਮੂਰਤਾ ਸਿੰਘ ਦੇ ਸਮਾਗਮ ਵਿੱਚ ਅਸੀਂ ਇਕੱਤਰ ਹੋਏ ਹਾਂ। ਉਹਨਾਂ ਦੇ ਜਨਤਮ ਅਰਦਾਸ ਸਾਰੇ ਇਕੱਤਰ ਹੋਏ ਹਾਂ। ਆਓ ਫਤਿਹ ਸਾਂਝੀ ਕਰੀਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਭਰਾਏ ਮੇਰੇ ਵੀਰ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਉਹਨਾਂ ਦੀ ਉਮਰ ਲਗਭਗ 90 ਸਾਲ ਸੀ, ਲੇਕਿਨ ਸਿਹਤ ਬਹੁਤ ਵਧੀਆ ਸੀ। ਜਦੋਂ ਉਹ ਬਿਮਾਰ ਹੋਏ ਮੈਨੂੰ ਪਤਾ ਲੱਗਾ, ਮੈਂ ਫੋਨ ਕੀਤਾ। ਅਸੀਂ ਤੇ ਪਿਆਰ ਨਾਲ ਭੁੱਟੋ ਹੀ ਕਹਿੰਦੇ ਆ, ਸਾਡਾ ਵੀਰ ਆ। ਮੈਂ ਫੋਨ ਕੀਤਾ ਵੀ ਕਿੱਥੇ ਉਹਦੇ ਅੰਮ੍ਰਿਤਸਰ ਲੈ ਇੱਥੇ ਧਾਰੀਵਾਲ ਖੜੇ ਤੇ ਕੀ ਹਾਲ ਆ, ਤੇ ਹੁਣ ਠੀਕ ਨੇ। ਤੇ ਇੱਕ ਦੂਜੇ ਦਿਨ ਬਾਅਦ ਪਤਾ ਲੱਗ ਗਿਆ ਵੀ ਉਹਦੇ ਚੱਲ ਉਸੇ ਨੇ। ਜੋ ਸੰਸਾਰ ਤੇ ਜੀਵ ਆਉਂਦਾ, ਜਦੋਂ ਪੈਦਾ ਹੁੰਦਾ ਉਹਦੇ ਨਾਲ ਹੀ ਮੌਤ ਦਾ ਦਿਨ ਟਾਈਮ ਮੁਕਰਰ ਹੋ ਜਾਂਦਾ। ਇੱਕ ਦਿਨ ਜਾਣਾ ਹੀ ਆ ਸਾਰਿਆਂ ਤੇ। ਲੇਕਿਨ ਜਿਹੜਾ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਵਿਚਰ ਕੇ ਲੋਕਾਂ ਵਿੱਚ ਜਾਂਦਾ ਤੇ ਉਹਦਾ ਨਾਂ ਜਿਹੜਾ ਖਤਮ ਨਹੀਂ ਹੁੰਦਾ। ਉਹ ਦੁਨੀਆ ਨੂੰ ਹਮੇਸ਼ਾ ਯਾਦ ਰੱਖਦੀ ਆ ਕਿ ਫਲਾਣਾ ਜਿਹੜਾ ਇਨਸਾਨ ਸੀ ਬਹੁਤ ਚੰਗਾ ਸੀ। ਅਸੀਂ ਘੋਗਾ ਤੇ ਆਮ ਜਾਂਦੇ ਆ, ਜਦੋਂ ਸੰਸਕਾਰ ਤੇ ਕਈ ਵਾਰੀ ਜਾਈਦਾ ਨਾ, ਜੇ ਕੋਈ ਮਾੜਾ ਬੰਦਾ ਹੋਏ ਤੇ ਮਗਰੇ ਉਹਦਾ ਲੇਖਾ ਜੋਖਾ ਹੁੰਦਾ ਜਾਂਦਾ, ਤੇ ਜੇ ਕੋਈ ਚੰਗਾ ਬੰਦਾ ਹੋ ਜਾਏ ਉਹਦੀ ਸਿਫਤ ਜਿਹੜੀ ਆ ਤੋੜ ਹੀ ਸਾਰੇ ਕਰੀ ਜਾਂਦੇ। ਇਸ ਕਰਕੇ ਇਹਨਾਂ ਦੱਸਿਆ ਵੀ ਸਾਰੇ ਭਰਾਵਾਂ ਦਾ ਬੜਾ ਪ੍ਰੇਮ ਸੀ ਤੇ ਲੈਣ ਵੀ ਬੜੀ ਵਧੀਆ ਖਿੱਚੀ ਹੈ ਇਹਨਾਂ ਸਾਰੇ ਭਰਾਵਾਂ ਨੇ। ਵਧੀਆ ਸਾਰਾ ਇਹਨਾਂ ਦਾ ਇਦਾਂ ਹੀ ਏਕਾ ਹੋਣਾ ਚਾਹੀਦਾ। ਜ਼ਿੰਦਗੀ 'ਚ ਜਦੋਂ ਇਨਸਾਨ ਦੀ ਜ਼ਿੰਦਗੀ ਮਿਲਦੀ ਹੈ, ਇੱਕ ਵਾਰੀ ਮਿਲਦੀ, ਜੇ ਉਹਦੇ ਵਿੱਚ ਅਸੀਂ ਰਹਿ ਕੇ ਕੋਈ ਚੰਗਾ ਕੰਮ ਕਰ ਲਈਏ, ਆਪਣਾ ਪ੍ਰੇਮ ਭਾਵਨਾ ਚੱਲ ਜੀਏ, ਭਰਾਵਾਂ ਨਾਲ ਭਰਾ ਬਣ ਕੇ ਰਹੀਏ, ਤੇ ਉਹ ਸਮਾਂ ਜਿਹੜਾ ਮੁੜ ਕੇ ਰਲਦਾ ਨਹੀਂ। ਇਸ ਕਰਕੇ ਸਾਰੇ ਸੰਸਾਰ 'ਤੇ ਅਸੀਂ ਹੁੰਦੇ ਹਾਂ, ਤੇ ਜੇ ਕੋਈ ਚੰਗਾ ਕੰਮ ਕਰਕੇ ਜਾਵਾਂਗੇ ਤੇ ਲੋਕ ਚੰਗਾ ਕਹਿ ਦੇਣਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਦੇ ਲੜ ਲੱਗ ਕੇ ਚੰਗੇ ਕੰਮ ਕਰਨੇ ਚਾਹੀਦੇ ਆ। ਸਾਡੇ ਭਾਈ ਸਾਹਿਬ ਉਹਨਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਫਸਲ ਹੈ ਪਰਮਾਤਮਾ ਦੀ, ਉਹ ਕੱਚੀ ਵੜ ਲੈ ਪੱਕੀ ਵੜ ਲੈ, ਇਹ ਉਹਨਾਂ ਦੀ ਮਰਜ਼ੀ ਆ। ਪਤਾ ਨਹੀਂ ਪਾਣੀ ਦੇ ਬੁਲਬੁਲੇ ਵਾਲਾ ਸਾਡਾ ਹਿਸਾਬ ਆ,
ਕਦੋਂ ਕਿਸੇ ਦਾ ਪ੍ਰਾਣ ਨਿਕਲ ਜਾਣੇ ਕੋਈ ਪਤਾ ਨਹੀਂ। ਲੇਕਿਨ ਅਸੀਂ ਦੌੜ 'ਚ ਬਹੁਤ ਪਏ ਆ, ਆ ਵੀ ਕਰ ਲਈਏ, ਉਹਨੂੰ ਲੁੱਟ ਲਈਏ, ਇਹਨੂੰ ਕਰ ਲਈਏ। ਪਰ ਇਹ ਗੱਲ ਮੌਤ ਭੁੱਲੀ ਹੀ ਆ, ਮੌਤ ਭੁੱਲ ਹੀ ਗਈ ਇਨਸਾਨ ਨੂੰ ਵੀ ਅਸੀਂ ਕਿਸੇ ਦਿਨ ਮਰਨਾ ਵੀ ਆ ਨਾ। ਸਿਰਫ ਇਹੋ ਹੀ ਆ ਵੀ ਆਹ ਕਰ ਦਈਏ, ਮੁੰਡਿਆਂ ਦੀ ਜਾਇਦਾਦ ਬਣਾ ਦਈਏ, ਇਹਨੂੰ ਕਰ ਦਈਏ। ਆਹ ਗੱਲਾਂ ਨੂੰ ਜਿਹੜੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸਮਾਜ ਦੇ ਵਿੱਚ ਬੜੇ ਪਿਆਰ ਦੇ ਨਾਲ ਰਹਿ ਕੇ ਜਿਹੜਾ ਲੋਕ ਜਿਹੜੇ ਜਦੋਂ ਜਾਣ ਤੋਂ ਬਾਅਦ ਵੀ ਕੋਈ ਚੰਗਾ ਕੰਮ ਕਰਕੇ ਜਾਈਏ ਤੇ ਲੋਕ ਯਾਦ ਕਰਨ। ਇਸ ਕਰਕੇ ਜੋ ਸਾਡੇ ਬਾਪੂ ਜੀ ਸਾਥੋਂ ਵਿਛੜ ਗਏ ਨੇ, ਬਹੁਤ ਸਿਆਣੇ ਸੀ। ਮੈਂ ਥੋੜੇ ਦਿਨ ਇੱਥੇ ਹੋ ਕੇ ਗਿਆ ਤੇ ਮੁੜ ਕੇ ਮੈਂ ਚਲ ਗਿਆ ਲੱਗ ਗਿਆ ਗੁਣੀਏ, ਤੇ ਉੱਥੇ ਵੀ ਗੱਲ ਚੱਲੀ ਸੀ ਇਹਨਾਂ ਦੀ। ਕਹਿੰਦੇ ਵੀ ਉਹ ਸਾਈਕਲ ਤੇ ਆ ਜਾਂਦੇ ਸੀ, ਇੱਥੋਂ ਸੈਰ ਕਰਕੇ ਉਹਨਾਂ ਸਾਰੇ ਜਿੰਨੇ ਬੰਦੇ ਰਾਹ 'ਚ ਮਿਲਦੇ ਸਾਰਿਆਂ ਨੂੰ ਮਿਲ ਕੇ ਜਾਣਾ। ਇਹ ਚੰਗੇ ਇਨਸਾਨਾਂ ਦੀ ਜਿਹੜੀ ਇਹ ਨਿਸ਼ਾਨੀ ਹੁੰਦੀ ਆ। ਇਸ ਕਰਕੇ ਜਿਹੜੇ ਲੋਕ ਦੂਜੇ ਪਿੰਡਾਂ ਵਾਲੇ ਵੀ ਕਹਿਣ ਵੀ ਉਹ ਬਹੁਤ ਵਧੀਆ ਸੀ। ਸਰਪੰਚ ਸਾਹਿਬ ਬੈਠੇ ਕੁੜੀਆਂ ਵਾਲੇ, ਇਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦਾ ਸੁਭਾਅ ਬਹੁਤ ਨਿੱਘਾ ਸੀ। ਜਦੋਂ ਵੀ ਆਉਣਾ ਸਾਨੂੰ ਮਿਲ ਕੇ ਜਾਣਾ, ਜਿਹੜਾ ਵੀ ਬੰਦਾ ਉਹਦੇ ਲਾਗੇ ਖਲੋ ਕੇ ਜਾਣਾ ਦਾ। ਤੇ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਆ। ਇਹੋ ਜਿਹੇ ਇਨਸਾਨਾਂ ਕੋਲ ਸਾਨੂੰ ਸੇਧ ਲੈਣ ਦੀ ਲੋੜ ਆ। ਇਸ ਕਰਕੇ ਜੋ ਪਰਿਵਾਰ ਨੇ ਚੰਗੀ, ਜਿਹੜਾ ਬੱਚੇ ਆਪਣੇ ਮਾਂ-ਬਾਪ ਦੀ ਸੇਵਾ ਕਰਦੇ ਆ, ਸਾਨੂੰ ਸਾਰਿਆਂ ਨੂੰ ਭੋਗਾਂ ਤੇ ਅਸੀਂ ਆਉਂਦੇ ਹਾਂ, ਕੁਝ ਸਿੱਖ ਕੇ ਜਾਣਾ ਚਾਹੀਦਾ ਕਿ ਅਸੀਂ ਪੋਲੀਟੀਕਲ ਲੋਕ ਆ। ਸਾਡੇ ਕੋਲ ਬੜੇ ਬੜੇ ਇੱਦਾਂ ਦੇ ਫੈਸਲੇ ਆਉਂਦੇ ਆ, ਲੂ ਕੰਡੇ ਖੜੇ ਹੋਏ ਆ। ਪਰਸੋਂ ਮੇਰੇ ਕੋਲ ਇੱਕ ਫੈਸਲਾ, ਉਹਦੇ 3 ਮੁੰਡੇ ਆ, ਤਿੰਨੇ ਨੌਕਰ, ਤੇ ਬਜ਼ੁਰਗ ਮੈਨੂੰ ਆੜ ਕੇ ਤੇ ਰੋਈ ਜਾਏ। ਮੈਂ ਕੀ ਗੱਲ ਆ ਬਾਪੂ? ਆਂਦਾ ਮੇਰੇ ਬੱਚੇ ਮੈਨੂੰ ਧੱਕੇ ਮਾਰਦੇ ਆ। ਮੈਂ ਕਿਹਾ ਕਿਉਂ? ਮੁਲਾਜ਼ਮ? ਆਂਦਾ ਮੁਲਾਜ਼ਮ। ਤੇ ਮੈਂ ਕਿਹਾ ਪੈਲੀ ਜਾਂਦਾ ਮੈਂ ਨਾ ਕਰਾ ਬੈਠਾ, ਤੇ ਮੈਨੂੰ ਹੁਣ ਰੋਟੀ ਤੋਂ ਵੀ ਬਾੜਾ ਪੜਾ, ਤੇ ਮੇਰੀ ਪੈਨਸ਼ਨ ਲਾ। ਮੈਂ ਉਸੇ ਤੋਂ ਮੁੰਡੇ ਨੂੰ ਆਖਿਆ ਮੇਰੀ ਪੈਨਸ਼ਨ ਲਾ। ਇੱਦਾਂ ਦਾ ਸਮਾਜ ਹੋ ਗਿਆ, ਇੱਦਾਂ ਦਾ ਖੂਨ ਚਿੱਟੇ ਹੋ ਗਏ ਆ ਕਿ ਅਸੀਂ ਆਪਣੇ ਮਾਂ-ਬਾਪ ਨੂੰ ਭੁੱਲ ਗਏ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਖੜੇ ਆ। ਉਹਨਾਂ ਮਾਂ-ਬਾਪਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਚਾਹੀਦਾ। ਤੇ ਗੁਰੂ ਮਹਾਰਾਜ ਸਭ ਕੁਝ ਦਿੱਤਾ। ਜੇ ਅਸੀਂ ਮਾਂ-ਬਾਪ ਦੀ ਸੇਵਾ ਕਰਾਂਗੇ ਤਾਂ ਸਭ ਕੁਝ ਮਿਲਦਾ। ਕਿਉਂਕਿ ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ, ਜਥੇਦਾਰ ਜੁੜੀ ਬੈਠੇ ਨੇ ਕਿ ਸਾਡੇ ਫਾਦਰ ਸਾਹਿਬ ਤੁਸੀਂ ਸਾਰੇ ਜਾਣਦੇ ਹੋ, ਸਰਦਾਰ ਕਰਤਾਰ ਸਿੰਘ ਜੀ ਬਾੜਾ, ਉਹ ਵੀ MLA ਰਹੇ। ਉਹ ਜਦੋਂ ਬਿਮਾਰ ਹੋ ਗਏ ਤੇ ਬੜੀ ਦੌੜ ਭੱਜ ਕੀਤੀ ਤੇ 19 ਦਿਨ ਉੱਥੇ ਉੱਪਰ ਹਸਪੀਟਲ 'ਚ ਰਹੇ ਦਾਖਲ। ਤੇ ਜਿਹੜਾ ਅੱਜ ਬੇੜਾ ਤੁਹਾਡਾ MLA ਬਣਿਆ ਵਰਿੰਦਰਮੀਤ ਪਾਠ, ਉਹ ਜੀ 19 ਦਿਨ ਉੱਥੋਂ ਨਹੀਂ ਲਿਆ ਸੀ, ਕਹਿਣਾ ਤੂੰ ਚੱਲ ਜਾ। ਜਾ ਕੇ ਨਹੀਂ ਮੈਂ ਨਹੀਂ ਜਾਣਾ, ਰੋ ਪੈਣਾ। ਪੈਰ ਉਹਦੇ ਸੁੱਜ ਕੇ ਗਿੱਟੇ। ਉਹਨੇ ਇੰਨੀ ਕੁ ਸੇਵਾ ਕੀਤੀ ਤੇ ਚਲੋ ਉਹ ਠੀਕ ਹੋ ਗਏ। ਤੇ 2 ਸਾਲ ਬਾਅਦ ਉਹ ਫਿਰ ਜਦੋਂ ਰਹੇ 2 ਸਾਲ, ਇੱਕ ਦਿਨ ਉਹਨੂੰ ਕਹਿੰਦੇ ਆ ਕਿ ਵਰਿੰਦਰ ਆਰਕਾ ਜਦੋਂ ਮੈਂ MLA ਖਲੋਣਾ, ਮੈਂ ਤੇਰੇ ਕਾਗਜ਼ ਮਗਰ ਭਰ ਕੇ ਆਪਣੇ ਗਲਤ ਭਰ ਲੈਣੇ, ਤੈਨੂੰ MLA ਬਣਾਉਣਾ। ਤੇ ਜਦੋਂ MLA ਬਣਿਆ ਮੈਨੂੰ ਉਹ ਗੱਲ ਯਾਦ ਆਈ ਕਿ ਬਜ਼ੁਰਗਾਂ ਦੀ ਗੱਲ ਕਹੀ ਸੀ, ਅੱਜ ਉਹ MLA ਬਣੇ। ਇਸ ਕਰਕੇ ਜੇ ਉਹਨੇ ਸੇਵਾ ਕੀਤੀ ਤਾਂ ਫਲ ਮਿਲਿਆ। ਇੱਥੋਂ ਕੁਝ ਸਿੱਖ ਕੇ ਜਾਈਏ, ਆਪਣੇ ਮਾਂ-ਬਾਪ ਦੀ ਸੇਵਾ ਕਰੀਏ, ਉੱਥੋਂ ਸਭ ਕੁਝ ਆ। ਗੁਰੂ ਸਾਡੇ ਅਸਲ ਰੱਬ ਉਹ ਨੇ ਜਿਨ੍ਹਾਂ ਨੂੰ ਪੈਦਾ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਖੜੇ ਆ। ਇਸ ਕਰਕੇ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਚਾਹੀਦਾ। ਮੈਂ ਬਹੁਤਾ ਟਾਈਮ ਨਾਲ ਲੈਂਦਾ ਹੋਇਆ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਾਂਗਾ ਕਿ ਸਾਡੇ ਜੋ ਬਾਪੂ ਜੀ ਮੋਤਾ ਸਿੰਘ ਜੀ ਸਾਥੋਂ ਸਦੀਵੀ ਵਿਛੋੜਾ ਦੇ ਗਏ ਨੇ, ਉਹਨਾਂ ਦੀ ਅੱਜ ਗੁਰੂ ਮਹਾਰਾਜ ਜੀ ਆਪਣੇ ਚਰਨਾਂ 'ਚ ਨਿਵਾਸ ਦਿਓ ਤੇ ਪਿੱਛੇ ਪਰਿਵਾਰ ਨੂੰ ਭਾਣਾ ਮਦਦ ਦਾ ਬਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ 'ਚ ਬੈਠੇ ਸਾਧ ਸੰਗਤ ਜੀਓ, ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਜੀ ਪ੍ਰਭਜੋਤ ਸਿੰਘ ਜੀ, ਚਲੋ ਮਾਣ ਦਿੱਤਾ, ਲੇਕਿਨ ਮੈਂ ਸਮਝਦਾ ਸਾਂ ਕਿ ਮੇਰੇ ਤੋਂ ਪਹਿਲਾਂ ਹੁਣ ਸਾਰੇ ਸੀਨੀਅਰ ਬਹੁਤ ਸਤਿਕਾਰਯੋਗ ਜਥੇਦਾਰ ਸੁੱਚਾ ਸਿੰਘ ਜੀ ਛੋਟੇ ਮੋਹਰ ਬੈਠੇ ਨੇ, ਸਰਦਾਰ ਗੁਰਮੀਤ ਸਿੰਘ ਜੀ ਪਾੜਾ ਬੈਠੇ ਨੇ, ਹੋਰ ਮਹਿਮਾਨ ਸੀਟਾਂ ਜਿਹੜੀ ਸਾਰੀ ਬੋਲ ਚੁੱਕੀਆਂ ਸੀ, ਲੇਕਿਨ ਮੇਰਾ ਹੁਣ ਇੱਥੇ ਬੋਲਣਾ ਨਹੀਂ ਸੀ ਬਣਦਾ ਇਹਨਾਂ ਤੋਂ ਬਾਅਦ। ਚਲੋ ਜੇ ਮੇਰੇ ਵੀਰ ਨੇ 2 ਮਿੰਟ ਦਿੱਤੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਦਾ ਕਿ ਮਾਂ ਪਿਓ ਦੀ ਸਭ ਤੋਂ ਵੱਡੀ ਸੇਵਾ ਤੋਂ ਕੋਈ ਵੱਡੀ ਸੇਵਾ ਨਹੀਂ, ਕਿਉਂਕਿ ਮਾਂ ਪਿਓ ਹੀ ਰੱਬ ਦੇ ਘਰ ਦਾ ਇੱਕ ਪਹਿਲਾ ਸਟੈਪ ਆ। ਜਿਸ ਇਨਸਾਨ ਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਉਹ ਦੁਨੀਆ ਤੇ ਆਇਆ ਚਾਹੇ ਨਾ ਆਇਆ ਇੱਕ ਬਰਾਬਰ ਆ। ਪਰਮਾਤਮਾ ਇਹੋ ਜਿਹੇ ਇਨਸਾਨ ਦੇ ਦਰਸ਼ਨ ਹੀ ਨਾ ਕਰਾਵੇ, ਕਿਉਂਕਿ ਮੈਂ ਬਾਪੂ ਜੀ ਹੋਣਾ ਨੂੰ ਬਹੁਤ ਨੇੜੇ ਤੋਂ ਜਾਣਦਾ। ਇਹ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਦੇ ਵਿੱਚ ਕੋਈ ਚਲਾਕੀ ਨਹੀਂ, ਕੋਈ ਸਿਆਸਤ ਨਹੀਂ, ਕਿਸੇ ਕਿਸਮ ਦੀ ਕੋਈ ਗੱਲ ਨਹੀਂ, ਤੇ ਰੱਬ ਦੇ ਰੂਪ ਸੀ। ਤੇ ਮੈਂ ਇਹਨਾਂ ਦਾ ਆਪਣੇ ਮਾਂ ਪਿਓ ਵਾਂਗੂ, ਬਜ਼ੁਰਗਾਂ ਵਾਂਗੂ ਬਹੁਤ ਸਤਿਕਾਰ ਕਰਦਾ ਸੀ।
ਇਸ ਪਰਿਵਾਰ ਨੇ ਬਹੁਤ ਨਾਂ ਕਮਾਇਆ। ਉਹ ਨਾਮਵਰ ਪਰਿਵਾਰ ਆ, ਮਹਾਨ ਸ਼ਖਸੀਅਤ ਨੇ ਮੇਰੇ ਵਾਸਤੇ ਬਾਪੂ ਜੀ ਹੋਣੀ, ਕਿਉਂਕਿ ਇਹਨਾਂ ਦਾ ਜਹਦਾ ਸੁੱਚਾ ਸਿੰਘ ਹੋਣਾ ਨਾਲ ਛੋਟੇਪੁਰ ਸਾਹਿਬ ਨਾਲ ਬਹੁਤ ਪਿਆਰ ਸੀ। ਇਹਨਾਂ ਐਮਐਲਏ ਸਾਹਿਬ ਸਰਦਾਰ ਗੁਰਬਚਨ ਸਿੰਘ ਜੀ ਬਾਬੇ ਹਾਲੀ ਨੇ ਰਿਸ਼ਤੇਦਾਰ ਨੇ, ਬਹੁਤ ਮਹਾਨ ਸ਼ਖਸੀਅਤ ਨੇ, ਪਾੜਾ ਸਾਹਿਬ ਨਾਲ ਬਹੁਤ ਪਿਆਰ ਆ। ਲਗਭਗ ਮੇਰੇ ਖਿਆਲ 'ਚ ਕੋਈ ਇਹੋ ਜਿਹਾ ਨਾਮਵਰ ਇਨਸਾਨ ਨਹੀਂ ਜਿਨ੍ਹਾਂ ਨਾਲ ਇਹਨਾਂ ਸੰਪਰਕ ਵਿੱਚ ਨਹੀਂ ਹੋਏਗਾ। ਸੋ ਮੈਂ ਬਹੁਤਾ ਕੁਛ ਨਾ ਕਹਿੰਦਾ, ਇਹਨੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਬੋਪਾਰੇ ਪਰਿਵਾਰ, ਇਹਨਾਂ ਦੇ ਰਿਸ਼ਤੇਦਾਰ, ਸੰਗੀ ਸਾਥੀ, ਨਗਰ ਵਾਲੇ, ਇਲਾਕੇ ਵਾਲੇ, ਸਰਦਾਰ ਮੂਰਤਾ ਸਿੰਘ ਹੋਰਾਂ ਦੀ ਅੰਤਮ ਅਰਦਾਸ ਦੇ ਮੌਕੇ ਤੇ ਇਕੱਠੇ ਹੋਏ। ਸਰਦਾਰ ਮੂਰਤਾ ਸਿੰਘ ਹੋਰਾਂ ਦੇ ਸੁਭਾਅ ਬਾਬਤ ਮੇਰੇ ਤੋਂ ਪਹਿਲਾਂ ਸਾਡੇ ਛੋਟੇ ਵੀਰ ਪ੍ਰਭਜੋਤ ਨੇ ਬੜਾ ਡਿਟੇਲ ਨਾਲ ਦੱਸਿਆ ਹੈ। ਔਰ ਤੁਸੀਂ ਬਾਬਾ ਜੀ ਬਾਬਾ ਮਾਨ ਸਿੰਘ ਹੋਰਾਂ ਕੋਲੋਂ ਰੱਬੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਉਹਨਾਂ ਵਿੱਚ ਜ਼ਿੰਦਗੀ ਦੀ ਜੋ ਅਸਲੀਅਤ ਹੈ ਉਹਦੇ ਤੋਂ ਸਾਨੂੰ ਜਾਣੂ ਕਰਾਇਆ ਕਿ ਮਾਲਕ ਦੀ ਮਰਜ਼ੀ ਹੈ। ਜਿਸ ਤਰ੍ਹਾਂ ਸੰਸਾਰੀ ਜੀ ਆਪਣੀ ਮਰਜ਼ੀ ਨਾਲ ਆਪਣਾ ਕਾਰੋਬਾਰ ਚਲਾਉਂਦੇ ਆ, ਕਿਤੇ ਢਾਹ ਲੈਂਦੇ ਆ, ਕਿਤੇ ਬਣਾ ਲੈਂਦੇ ਆ, ਇਸੇ ਤਰ੍ਹਾਂ ਸੰਸਾਰ ਦਾ ਮਾਲਕ ਜਿਹੜਾ ਹੈ ਉਹ ਕੱਚੀ ਵੱਢ ਲੈ ਪੱਕੀ ਵੱਢ ਲੈ, ਕੋਈ ਉਹਦੇ ਕੰਮ 'ਚ ਦਖਲ ਨਹੀਂ ਦੇ ਸਕਦਾ। ਸਰਦਾਰ ਮੂਰਤਾ ਸਿੰਘ ਹੋਰੀ ਚੰਗੀ ਉਮਰ ਹੰਢਾ ਕੇ ਗਏ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸੀ ਇਸ ਪਰਿਵਾਰ ਦੀ, ਮੇਰੀ ਇਸ ਪਰਿਵਾਰ ਨਾਲ ਰਿਸ਼ਤੇਦਾਰੀ ਹੈ, ਬੜੀ ਨਿੱਘੀ ਰਿਸ਼ਤੇਦਾਰੀ ਹੈ। ਇਹ ਪਰਿਵਾਰ ਮਿਹਨਤੀ ਪਰਿਵਾਰ ਹੈ। ਇਹ ਪਰਿਵਾਰ ਹਮੇਸ਼ਾ ਲੜਾਈਆਂ ਝਗੜਿਆਂ ਤੋਂ ਜਿਸ ਤਰ੍ਹਾਂ ਪਿੰਡਾਂ 'ਚ ਹੁੰਦੇ ਆ ਉਹਦੇ ਤੋਂ ਹਮੇਸ਼ਾ ਬਚਦਾ ਰਿਹਾ। ਔਰ ਇਹਨਾਂ ਕਿਰਤ ਨੂੰ ਪਹਿਲ ਦਿੱਤੀ ਹੈ। ਔਰ ਕਿਰਤ ਨੂੰ ਪਰਮਾਤਮਾ ਨੇ 4 ਚੰਨ ਵੀ ਲਾਏ ਆ। ਮੈਂ ਜਦੋਂ ਆ ਰਿਹਾ ਸਾਂ, ਮੈਂ ਰਸਤੇ 'ਚ ਆਪਣੇ ਭਤੀਜੇ ਨੂੰ ਕਹਿ ਰਿਹਾ ਸੀ ਕਿ ਕਿੱਦਾਂ ਕੁਦਰਤ ਦਾ ਭਾਣਾ ਹੈ। ਤੇ ਪਹਿਲਾਂ ਤਾਂ 2 ਕੁੜਮ ਇਕੱਠੇ ਹੀ ਚਲੇ ਗਏ ਆ, ਸਰਦਾਰ ਅਜੀਤ ਸਿੰਘ ਹੋਣੀ ਵੀ ਤੇ ਸਰਦਾਰ ਮੂਰਤਾ ਸਿੰਘ ਹੋਣੀ। ਇਹ ਕੁਦਰਤ ਦਾ ਭਾਣਾ ਹੀ ਹੈ ਨਾ। ਬਜ਼ੁਰਗਾਂ ਦੀ ਹਮੇਸ਼ਾ ਲੋੜ ਹੁੰਦੀ ਹੈ। ਦੂਜਾ, ਮੈਂ ਆਪਣੇ ਮਨ 'ਚ ਸੋਚਦਾ ਸੀ, ਜਿਵੇਂ ਪ੍ਰਭਜੋਤ ਨੇ ਦੱਸਿਆ ਕਿ ਕਈ ਥਾਂ ਜਾਈਏ ਨਾ ਤੇ ਅਫਸੋਸ ਕਰੀਦਾ ਉਹਨਾਂ ਦੇ ਧੀਆਂ ਪੁੱਤਰਾਂ ਨਾਲ, ਉਹਨਾਂ ਦੇ ਭੈਣ ਭਰਾਵਾਂ ਨਾਲ। ਪਰ ਇੱਥੇ ਤਾਂ ਮੈਂ ਸੋਚਦਾ ਕਿ ਇੱਥੇ ਤਾਂ 3 ਭਰਾਵਾਂ ਦੀਆਂ ਧੀਆਂ ਧੀਆਂ ਹੀ ਨੇ, ਉਹਨਾਂ ਦੇ ਬੇਟੇ ਇਹਨਾਂ ਦੇ ਬੇਟੇ ਹੀ ਨੇ। ਇਸ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਆਪਸ ਦੇ ਵਿੱਚ ਪਿਆਰ ਸੀ, ਵੱਖਰੀ ਗੱਲ ਕਰਨ ਨੂੰ ਦਿਲ ਹੀ ਨਹੀਂ ਕਰਦਾ। ਅਫਸੋਸ ਸਾਰੇ ਮੈਂ ਸਮਝਦਾ ਕਿ ਬੋਪਾਰੇ ਪਰਿਵਾਰ ਨਾਲ ਹੈ, ਕਿਉਂਕਿ ਇਹ ਪਰਿਵਾਰ ਦੀ ਪੁਰਾਣੀ ਪੀੜ੍ਹੀ ਵਿੱਚੋਂ ਆਖਰੀ ਨਿਸ਼ਾਨੀ ਸੀ। ਔਰ ਬਹੁਤ ਹੀ ਭਲਾ ਲੋਕ ਸੀ, ਮਿਹਨਤ ਕਰਨ ਵਾਲਾ। ਜਿਵੇਂ ਪ੍ਰਭਜੋਤ ਨੇ ਦੱਸਿਆ ਵੀ ਹਰ ਗੱਲ ਤੇ ਉਹ ਟਾਲ ਦਿੰਦਾ ਸੀ, ਕਦੀ ਉਹ ਕੌੜੀ ਗੱਲ ਨਹੀਂ ਸੀ ਕਰਦਾ। ਸੋ ਐਸੇ ਸੱਜਣ ਦੇ ਜਾਣ ਦਾ ਬੜਾ ਦੁੱਖ ਹੈ। ਪਰਿਵਾਰ ਨੂੰ ਤਾਂ ਹੋਣਾ ਹੀ ਹੈ। ਮੈਂ ਸਮਝਦਾ ਕਿ ਜਦੋਂ ਕੋਈ ਨੇਕ ਆਦਮੀ ਸਮਾਜ ਵਿੱਚੋਂ ਜਾਂਦਾ ਹੈ, ਉਹਦਾ ਸਾਰੇ ਸਮਾਜ ਨੂੰ ਘਾਟਾ ਪੈਂਦਾ। ਚੰਦ ਬੰਦੇ ਹੁੰਦੇ ਜਿਹੜਾ ਸਮਾਜ ਦਾ ਰੋਲ ਮਾਡਲ ਹੁੰਦੇ ਆ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਕਿਸਾਨ ਹੋਣ, ਚਾਹੇ ਕੋਈ ਅਫਸਰ ਹੋਵੇ। ਉਂਗਲਾਂ ਤੇ ਗਿਣ ਚੁੱਕੇ ਲੋਕ ਆ ਜਿਨ੍ਹਾਂ ਦਾ ਲੋਕ ਨਾਂ ਲੈ ਸਕਦੇ ਆ। ਵੈਸੇ ਤਾਂ ਕਲਯੁਗ ਹੈ, ਇਹਦੇ ਵਿੱਚ ਲੋਕ ਲੁਟੇਰਿਆਂ ਨੂੰ ਵੀ ਚੰਗਾ ਕਹੀ ਜਾਂਦੇ ਆ, ਚੰਗਿਆਂ ਨੂੰ ਵੀ ਮਾੜਾ ਕਹੀ ਜਾਂਦੇ ਆ। ਲੋਕਾਂ ਦੀ ਮਰਜ਼ੀ ਆ। ਹਮੇਸ਼ਾ ਲੋਕ ਅੱਜ ਇੰਟਰਸਟ ਨਾਲ ਚੱਲਦੇ ਆ, ਆਪੋ ਆਪਣੇ ਇੰਟਰਸਟ ਤੱਕ ਲੋਕ ਸੀਮਤ ਆ। ਚੰਗੇ ਮਾੜੇ ਵਾਲੀ ਗੱਲ ਖਤਮ ਹੋ ਚੁੱਕੀ ਹੈ। ਸੱਚ ਬੋਲਣ ਵਾਲੀ ਕਿਸੇ ਦੀ ਹਿੰਮਤ ਹੀ ਨਹੀਂ ਹੈ। ਹਰ ਬੰਦਾ ਆਪਣਾ ਟਾਈਮ ਪਾਸ ਕਰਦਾ ਕਿ ਮੈਨੂੰ ਪੰਗੇ 'ਚ ਪੈਣ ਦੀ ਕੀ ਲੋੜ ਹੈ।
ਅੱਖਾਂ ਮੀਟੀ ਜਾਂਦੇ ਆ, ਜ਼ੁਲਮ ਹੁੰਦਾ ਦੇਖ ਕੇ ਵੀ, ਪਾਪ ਹੁੰਦਾ ਦੇਖ ਕੇ ਵੀ। ਇਹ ਲੋਕਾਂ ਦਾ ਸੁਭਾਅ ਬਣ ਗਿਆ। ਸੋ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਸੱਚੇ ਨੂੰ ਸੱਚਾ, ਝੂਠੇ ਨੂੰ ਝੂਠਾ ਕਹਿ ਸਕਦੇ। ਸੋ ਇੱਕ ਨੇਕ ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਇਨਸਾਨ ਸਾਡੇ ਕੋਲੋਂ ਚਲਾ ਗਿਆ। ਇਹਦਾ ਦੁੱਖ ਹੈ, ਇਹ ਕੌੜੀ ਸੱਚਾਈ ਹੈ। ਜੋ ਵੀ ਸੰਸਾਰ ਵਿੱਚ ਆਇਆ ਉਹਨੇ ਇੱਕ ਦਿਨ ਇੱਥੋਂ ਜਾਣਾ। ਅਸੀਂ ਜਦੋਂ ਪਿੰਡੋਂ ਆ ਰਹੇ ਸੀ ਨਾ, ਤੇ ਰਸਤੇ 'ਚ ਬਾਬਾ ਜੀ ਆਲੋਵਾਲ ਪਿੰਡ ਹੁੰਦਾ ਹੈ, ਤੇ ਅਸੀਂ ਛੋਟੇ ਛੋਟੇ ਹੁੰਦੇ ਸੀ, ਸਕੂਲੇ ਪੜ੍ਹਦੇ ਹੁੰਦੇ ਸੀ, ਤੇ ਰਸਤੇ 'ਚ ਖੂਹ ਸੀ। ਕਹਿੰਦੇ ਜੀ ਫੱਲੇ ਦਾ ਖੂਹ ਹੈ। ਫੱਲਾ ਆਲੋਵਾਲ ਦਾ ਕੋਈ ਬਹੁਤ ਵੱਡਾ ਚੌਧਰੀ ਸੀ ਮੁਸਲਮਾਨ। ਉਹਨੇ ਨਵਾਂ ਨਵਾਂ ਲਾਇਆ ਸੀ, ਉਦੋਂ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਦੇਸ਼ ਦਾ ਬਟਵਾਰਾ ਹੋ ਗਿਆ। ਤੇ ਮੈਂ ਦੇਖਦਾ ਆ ਰਿਹਾ ਸੀ ਵੀ ਕਦੀ ਇੱਥੋਂ ਦਾ ਚੌਧਰੀ ਫੱਲਾ ਸੀ, ਕਦੀ ਇੱਥੋਂ ਦਾ ਕੋਈ ਸਰਪੰਚ ਬਣ ਜਾਂਦਾ, ਕਦੀ ਕੋਈ ਸਰਪੰਚ ਬਣ ਜਾਂਦਾ। ਮੈਂ ਕਿਹਾ ਦੁਨੀਆ ਸਰਾਹ ਹੈ। ਇੱਥੇ ਆਪਾਂ ਪ੍ਰਾਹੁਣਿਆਂ ਦੀ ਨਿਆਈ ਆਏ ਆ, ਇਹ ਪਰਮਾਨੈਂਟ ਥਾਂ ਨਹੀਂ ਹੈ। ਜਿਸ ਤਰ੍ਹਾਂ ਪ੍ਰਾਹੁਣਾ ਕਿਸੇ ਦੇ ਘਰ ਜਾਂਦਾ, ਅਬਲ ਤਾਂ ਹੁਣ ਕੋਈ ਜਾਂਦਾ ਹੀ ਨਹੀਂ, ਮੋਬਾਈਲਾਂ ਨਾਲ ਹੀ ਸਰ ਜਾਂਦਾ। ਅੱਗੇ ਲੋਕ ਨਾਨਕੇ ਜਾਂਦੇ ਸੀ, ਭੂਆ ਕੋਲ ਜਾਂਦੇ ਸੀ, ਕਿੰਨੇ ਕਿੰਨੇ ਦਿਨ ਰਹਿੰਦੇ ਸੀ। ਹੁਣ ਜੇ ਕੋਈ ਜਾਂਦਾ ਕਿਸੇ ਕੋਲ ਇੱਕ ਦਿਨ ਜਾਂ 2 ਦਿਨ ਹੁੰਦੇ ਆ, ਇਹ ਤੋਂ ਬਾਅਦ ਕਿਸੇ ਕੋਲ ਰਹਿਣ ਦਾ ਟਾਈਮ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਸੰਸਾਰ ਹੈ। ਇੱਥੇ ਕੋਈ ਆਉਂਦਾ ਬਚਪਨ 'ਚ ਹੀ ਚਲੇ ਜਾਂਦਾ, ਕੋਈ ਆਉਂਦਾ ਜਵਾਨੀ ਭੋਗ ਕੇ ਜਾਂਦਾ, ਕੋਈ ਬੁਢਾਪਾ ਤੱਕ ਜਾਂਦਾ। ਸੋ ਸੰਸਾਰ ਆਈ ਚਲਾਈ ਹੈ। ਇਹ ਇਨਸਾਨੀ ਜਾਮਾਂ ਬੜੇ ਪੂਰਨ ਭਾਗਾਂ ਨਾਲ ਮਿਲਿਆ। ਸਾਨੂੰ ਆਪਣੀਆਂ ਆਪਣੀਆਂ ਡਿਊਟੀਆਂ ਮਿਲੀਆਂ। ਜਿਹੜਾ ਬੰਦਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਾ ਉਹਦਾ ਜਨਮ ਸਫਲਾ ਹੈ। ਜਿਹੜਾ ਦਿਆਨਤਦਾਰੀ ਨਾਲ ਲੋਕਾਂ 'ਚ ਵਿਚਰਦਾ ਉਹਦਾ ਜਨਮ ਸਫਲਾ ਹੈ। ਇਹ 84 ਲੱਖ ਜੂਨ ਵਿੱਚੋਂ ਸਭ ਤੋਂ ਉੱਤਮ ਜੂਨ ਹੈ। ਸੋ ਸਾਨੂੰ ਇਹਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ। ਇਸ ਜੂਨ ਦੀ ਕਾਮਨਾ ਦੇਵਤਿਆਂ ਨੇ ਕੀਤੀ ਹੈ, ਪਰ ਰੱਬ ਨੂੰ ਮਿਲਣ ਦਾ ਹੀ ਇੱਕ ਮਕਾਮ ਹੈ। ਸੋ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ। ਨਿਰੀ ਮਾਲਾ ਫੇਰਿਆਂ, ਨਿਰਾ ਤਪ ਕੀਤਿਆਂ ਨਹੀਂ ਰੱਬ ਮਿਲਦਾ। ਆਪਣੇ ਗੁਰੂਆਂ ਨੇ ਕਿਹਾ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ। ਦਸਾਂ ਨੌਹਾਂ ਦੀ ਕਿਰਤ ਨੂੰ ਪਹਿਲ ਦਿੱਤੀ ਹੈ ਬਾਬੇ ਨਾਨਕ ਨੇ। ਬਾਬਾ ਨਾਨਕ ਸੰਸਾਰ ਦਾ ਸਭ ਤੋਂ ਵੱਡਾ ਪੈਗੰਬਰ ਹੋਇਆ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦਾ ਮੂਲ ਦੱਸਿਆ ਕਿ ਜ਼ਿੰਦਗੀ ਕੀ ਹੈ। ਦਸਾਂ ਨੌਹਾਂ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਕਿਸੇ ਦੇ ਕੰਮ ਆਉਣਾ, ਇਹ ਅਸਲੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ ਹੈ। ਜਿਹੜੇ ਲੋਕ ਇਸ ਰਾਹੇ ਚੱਲਦੇ ਆ ਉਹਨਾਂ ਦਾ ਜਨਮ ਸਫਲਾ ਹੈ। ਬਹੁਤ ਲੋਕ ਆਏ, ਮਾਇਆ ਇਕੱਠੀ ਕਰਕੇ ਗਏ, ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬਹਿ ਕੇ ਗਏ। ਸੰਸਾਰ ਵਿੱਚ ਨਾ ਉਹਨਾਂ ਲੋਕਾਂ ਦਾ ਰਹਿੰਦਾ ਜਿਨ੍ਹਾਂ ਦੇ ਮੁਤਲਕ ਮਹਾਰਾਜ ਨੇ ਬਾਣੀ 'ਚ ਕਿਹਾ ਆਪ ਗਵਾਈਏ ਤੇ ਤਾਂ ਛਪਾਈਏ। ਪਰਮਾਤਮਾ ਦੀ ਦਰਗਾਹ ਵਿੱਚ ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ। ਉੱਥੇ ਅਮਲਾਂ ਦੇ ਹੋਣੇ ਨਬੇੜੇ, ਜਾਤ ਤੇਰੀ ਕਿਸੇ ਨਹੀਂ ਪੁੱਛਣੀ। ਜਿਹਾ ਬੀਜੇ ਸੋ ਲੂਣੇ, ਕਰਮਾ ਸੰਧਲਾ ਖੇਤ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਫੈਸਲ ਪਾਈਏ। ਜਿਹੜਾ ਦੁਨੀਆ 'ਚ ਚੰਗੇ ਕੰਮ ਕਰਦਾ ਉਹਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਸ਼ਰਮਸਾਰ ਨਹੀਂ ਹੋਣਾ ਪੈਂਦਾ। ਸੋ ਸਾਨੂੰ ਇਹ ਇੱਕ ਮਕਾਮ ਅਫਸੋਸ ਦਾ ਹੈ। ਅੱਜ ਆਪਾਂ ਚੰਗੇ ਨੇਕ ਆਦਮੀ ਦੇ ਅੰਤਮ ਅਰਦਾਸ ਤੇ ਇਕੱਠੇ ਹੋਏ ਆ, ਤੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਸਭ ਨੇ ਇਸੇ ਰਸਤੇ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਆ, ਸਾਰਿਆਂ ਨੇ ਜਾਣਾ। ਚੰਗੇ ਕੰਮ ਕਰਨੇ ਚਾਹੀਦੇ ਆ, ਉਹੀ ਨਾਲ ਜਾਣੇ ਆ। ਚੰਗੇ ਕੰਮ ਕਰਨ ਵਾਲਿਆਂ ਨੂੰ ਸੰਸਾਰ ਦੇ ਲੋਕ ਯਾਦ ਕਰਦੇ ਆ। ਮਾਇਆ ਦੇ ਢੇਰ ਇਕੱਠੇ ਕਰਨ ਵਾਲਿਆਂ ਨੂੰ, ਵੱਡੇ ਵੱਡੇ ਬੰਦਿਆਂ ਨੂੰ ਲੋਕ ਨਹੀਂ ਯਾਦ ਕਰਦੇ। ਸੋ ਸਾਨੂੰ ਇਸ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ। ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਰਿਆਂ ਨੇ ਜ਼ਿਕਰ ਕੀਤਾ, ਜਿਹੜਾ ਬੰਦਾ ਆਪਣੇ ਮਾਪਿਆਂ ਦੀ ਸੇਵਾ ਕਰਦਾ ਉਹਦੀ ਪ੍ਰਸ਼ੰਸਾ ਸਾਰਾ ਸਮਾਜ ਕਰਦਾ ਮੁਫਤ ਦੇ ਵਿੱਚ। ਉਹਨੂੰ ਕਹਿੰਦੇ ਫਲਾਣੇ ਦੀ ਔਲਾਦ ਬੜੀ ਚੰਗੀ ਹੈ। ਤੇ ਸਭ ਤੋਂ ਵੱਡਾ ਤੀਰਥ ਜਿਹੜਾ ਹੈ, ਸਭ ਤੋਂ ਵੱਡਾ ਗੁਰੂ ਜਿਹੜਾ ਹੈ, ਉਹ ਤੁਹਾਡੇ ਮਾਪੇ ਹੈ। ਜੇ ਤੁਸੀਂ ਆਪਣੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਤੇ ਤੀਰਥਾਂ ਦੇ ਤੁਰੇ ਫਿਰਦੇ ਹੋ, ਪੁੰਨਦਾਨ ਕਰਦੇ ਫਿਰਦੇ ਹੋ, ਉਹਦਾ ਕੋਈ ਫਾਇਦਾ ਨਹੀਂ। ਤੀਜਾ, ਜਦੋਂ ਤੁਸੀਂ ਆਪਣੇ ਮਾਂ-ਬਾਪ ਦੀ ਸੇਵਾ ਕਰਦੇ ਹੋ, ਤੁਹਾਡੇ ਬੱਚੇ ਵੀ ਤੁਹਾਨੂੰ ਦੇਖਦੇ ਆ, ਉਹ ਵੀ ਤੁਹਾਡੀ ਮੁੜ ਕੇ ਸੇਵਾ ਕਰਨਗੇ। ਜੇ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ, ਆਪਣੇ ਨਿਆਣਿਆਂ ਤੋਂ ਕਦੀ ਆਸ ਨਾ ਰੱਖਿਓ ਕਿ ਉਹ ਤੁਹਾਡੀ ਸੇਵਾ ਕਰਨਗੇ। ਸੋ ਅੱਜ ਜਿਸ ਤਰ੍ਹਾਂ ਦਾ ਸਮਾਂ ਬਦਲ ਗਿਆ, ਜਿਸ ਤਰ੍ਹਾਂ
ਪੜਾ ਸਾਹਿਬ ਨੇ ਵੀ ਦੱਸਿਆ ਕਿ ਤਿੰਨਾਂ ਪੁੱਤਾਂ ਵਾਲੇ ਦਾ ਪਿਓ ਇਹਨਾਂ ਕੋਲ ਪੈਨਸ਼ਨ ਨੂੰ ਆਇਆ। ਬੜੀ ਸ਼ਰਮ ਵਾਲੀ ਗੱਲ ਹੈ। ਇਹਦੇ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ। ਆਪਾਂ ਧੀਆਂ ਪੁੱਤਰ ਲੱਭਦੇ ਉਹਨਾਂ ਵਾਸਤੇ ਕਿੰਨੇ ਜ਼ਫਰ ਜਾਣਦੇ ਆ। ਉਹਨਾਂ ਨੂੰ ਸ਼ੁਰੂ ਤੋਂ ਇਹੋ ਜਿਹੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਕਿ ਉਹਨਾਂ ਦਾ ਮਾਪਿਆਂ ਦੇ ਨਾਲ ਪਿਆਰ ਬਣਿਆ ਰਹੇ। ਸੋ ਮੈਂ ਅੰਤ ਵਿੱਚ ਬਹੁਤ ਕੁਝ ਨਾ ਕਹਿੰਦਾ ਹੋਇਆ, ਸਾਰੇ ਸੱਜਣ ਮਿੱਤਰ ਜਿੰਨੇ ਤੁਸੀਂ ਭੈਣ ਭਰਾ ਰਿਸ਼ਤੇਦਾਰ ਅੱਜ ਸਰਦਾਰ ਮੂਰਤਾ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਹੋ। ਮੈਂ ਕਿਉਂਕਿ ਪਰਿਵਾਰਕ ਮੈਂਬਰ ਹਾਂ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਸਿਆਣੇ ਕਹਿੰਦੇ ਆ ਦੁੱਖ ਦੁੱਖ ਹੀ ਹੁੰਦਾ। ਇਹ ਉਹਨਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਪੁੱਛ ਕੇ ਦੇਖੋ, ਦਰਜਾ ਬਦਰਜਾ ਜਿੰਨਾ ਜਿੰਨਾ ਰਿਸ਼ਤਾ ਨਾਤਾ ਹੈ ਉਹਨਾਂ ਦੁੱਖ ਜਿਹੜਾ ਹੋਣਾ ਸੁਭਾਵਿਕ ਹੈ। ਅਸੀਂ ਇਨਸਾਨ ਹਾਂ, ਸਾਡੀ ਅਵਸਥਾ ਬਾਬਾ ਜੀ ਬ੍ਰਹਮ ਗਿਆਨੀ ਵਾਲੀ ਨਹੀਂ ਹੈ। ਅਸੀਂ ਖੁਸ਼ੀ ਵੀ ਮਹਿਸੂਸ ਕਰਦੇ ਹਾਂ, ਅਸੀਂ ਦੁੱਖ ਵੀ ਮਹਿਸੂਸ ਕਰਦੇ ਹਾਂ। ਇਸ ਕਰਕੇ ਜਾਣ ਵਾਲੇ ਦਾ ਬੜਾ ਦੁੱਖ ਹੈ, ਕਿਉਂਕਿ ਉਹਦੀ ਬਦੌਲਤ ਆ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ, ਸਾਰੇ ਪਰਿਵਾਰ ਖੁਸ਼ੀ ਵਸਦੇ ਸੀ। ਪਰ ਇਹ ਇੱਥੇ ਕਿਸੇ ਨੇ ਪਰਮਾਨੈਂਟ ਰਹਿਣਾ ਨਹੀਂ, ਸਭ ਨੇ ਜਾਣਾ। ਸੋ ਸਾਨੂੰ ਸਾਰਿਆਂ ਨੂੰ ਇਹ ਚੇਤੇ ਰੱਖ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਕਿ ਅਸਾਂ ਇੱਥੋਂ ਜਾਣਾ ਹੈ, ਚੰਗੇ ਕੰਮ ਕਰਕੇ ਜਾਈਏ ਤਾਂ ਕਿ ਜਾਣ ਤੋਂ ਬਾਅਦ ਦੁਨੀਆ ਦੇ ਲੋਕ ਚੰਗਾ ਕਹਿਣ। ਇਹਨਾਂ ਅੱਖਰਾਂ ਦੇ ਨਾਲ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਸ ਨੇਕ ਆਤਮਾ ਨੂੰ ਜਿਹਨੇ ਸਾਰੀ ਜ਼ਿੰਦਗੀ ਕਿਸੇ ਦਾ ਦਿਲ ਨਹੀਂ ਦੁਖਾਇਆ, ਸ਼ਰੀਫ ਆਦਮੀ ਸੀ, ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਨੰਦ ਸਾਹਿਬ ਦੀਆਂ 5 ਪੌੜੀਆਂ ਦਾ 6 ਪੌੜੀਆਂ ਦਾ ਆਨੰਦ ਸਾਹਿਬ ਪੜ੍ਹਨਗੇ, ਫਿਰ ਗੁਰੂ ਸਾਹਿਬ ਦਾ ਪ੍ਰਸ਼ਾਦ ਵਰਤਾਇਆ ਜਾਏਗਾ। ਸੋ ਬੇਨਤੀ ਆ ਕਿ ਮਹਾਂਪੁਰਖ ਆਨੰਦ ਸਾਹਿਬ ਦੀਆਂ 6 ਪੌੜੀਆਂ ਸਰਵਣ ਕਰਕੇ ਸੰਗਤਾਂ ਨੂੰ ਪੱਗ ਦੀ ਰਸਮ ਭਾਜੀ ਹਰਪਾਲ ਆਏ ਨੇ, ਬਾਬਾ ਜੀ ਕਹਿੰਦੇ ਆ ਪੱਗ ਲੈ ਆਓ, ਤੇ ਬੜੀ ਵੱਡੀ ਜ਼ਿੰਮੇਵਾਰੀ ਆ। ਭਾਜੀ ਆ ਜਾਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਪਰਿਵਾਰ ਵੱਲੋਂ ਪਾਵਨ ਦੇ ਕੜਾ ਪ੍ਰਸਾਦ ਦੀ ਸੱਚ ਕਰ ਆਪ ਜੀ ਦੀ ਹਜ਼ੂਰੀ ਵਿੱਚ ਭੇਟ ਹੈ। ਕਰੀ ਪਾਕ ਸਾਲ ਸੋਝ ਪਵਿੱਤਰਾ ਬੁਲਾਓ ਭੋਗ ਹਰ ਆਏ ਪ੍ਰਵਾਨ ਹੋਈਆਂ ਦੇਗਾ ਸੰਗਤਾਂ ਵਿੱਚ ਵਰਤਣ। ਸੋ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਸੇਵਕਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ, ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਪ੍ਰੀਤ ਪਿਆਰ ਸੇਵਾ ਸਿਮਰਨ ਦੀ ਦਾਤ ਪ੍ਰਦਾਨ ਰੱਖਦਿਆਂ ਹੋਇਆ ਨਗਰ ਖੇੜੇ ਦੇਸ਼ ਵਿਸ਼ਵ ਵਿੱਚ ਸੁਖ ਸ਼ਾਂਤੀ ਦੀ ਬਖਸ਼ਿਸ਼ ਕਰਨੀ। ਕਲ ਤਾਰਨ ਗੁਰੂ ਨਾਨਕ ਆਇਆ ਦਾ ਸਿਧਾਂਤ ਸੰਪੂਰਨ ਕਰਦਿਆਂ ਹੋਇਆ ਮਨੁੱਖਤਾ ਨੂੰ ਸੱਚਾ ਸੁੱਚਾ ਪ੍ਰੇਮ ਪਿਆਰ ਬਖਸ਼ੋ। ਪਾਵਨ ਪਵਿੱਤਰ ਕਲਿਆਣਕਾਰੀ ਹੁਕਮਨਾਮੇ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਥ ਧਨ ਰਾਜ ਸਿਉ ਆਤਨੇ ਹੋ ਲਗਾਇਓ। ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਜਾਨ ਬੂਝ ਕੇ ਬਾਵਰੇ ਤਾ ਕਾਜ ਬਿਗਾਰਿਓ। ਪਾਪ ਕਰਦ ਸਕਤਿਓ ਨਹੀਂ ਨਹਿ ਗਰਭ ਨਿਵਾਰਿਓ। यह वेद घोरी उपदेशया सो सोनरे पाई। नानक कहत पुकार के गो प्रभ सरनाई। यह वेद घोरी उपदेशया सो सोनरे पाई। नानक कहत पुकार के गो प्रभ सरनाई। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰ ਭਰਿਆ ਅਕਾਲ। ਦੇਖ ਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।